ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਅੱਜ ਦੀਆਂ ਦਿਨ ਭਰ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਸਾਹਿਬ ਤੋਂ। ਅੰਮ੍ਰਿਤਸਰ ਸਾਹਿਬ ਵਿੱਚ ਅੱਜ ਨਵਜੋਤ ਸਿੰਘ ਸਿੱਧੂ ਪਹੁੰਚੇ। ਉੱਥੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਹੋਰ ਉਹਨਾਂ ਨੇ ਕੀ ਕਿਹਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਣਾਉਂਦੇ ਹਾਂ ਤੁਹਾਨੂੰ ਵੀ। ਨਿਰਾ ਹੀ ਝੂਠ, मतलब ਬਸ਼ਰਮੀ ਨਾਲ ਝੂਠ ਬੋਲਦਾ। ਮੈਂ ਜ਼ਬਾਨ ਦਿੰਨਾ ਨਾ ਤੇ ਮੈਂ ਕਦੇ ਸੌਹਾਂ ਖਾਧੀਆਂ ਤੇ ਨਾ ਮੈਂ ਕਦੇ ਵਾਅਦੇ ਕੀਤੇ। ਮੈਂ ਜ਼ਬਾਨ ਦਿੰਨਾ ਤੈਨੂੰ ਪ੍ਰਧਾਨ ਸਾਹਿਬ ਅਕਾਲੀ ਦਲ ਦੇ ਕਿ ਜੇ ਨਵਜੋਤ ਸਿੰਘ ਸਿੱਧੂ ਤੈਨੂੰ ਕਲੀਨ ਚਿੱਟ ਦੇਣ ਵਾਲੇ ਡੀਜੀਪੀ ਨੂੰ ਮਿਲਿਆ ਹੋਵੇ, ਇੱਕ ਮੀਟਿੰਗ ਹੋਈ ਹੋਵੇ ਕਿਤੇ ਬੰਦ ਕਮਰਾ, ਤੇ ਰਾਜਨੀਤੀ ਸਦਾ ਲਈ ਛੱਡ ਦੂ। ਜਿਨ੍ਹਾਂ ਲੋਕਾਂ ਨੇ ਤੈਨੂੰ ਕਲੀਨ ਚਿੱਟ ਦਿੱਤੀ, ਸਿੱਖ ਮੁੰਡਿਆਂ ਦੇ ਉੱਤੇ ਗੁਰਸਿੱਖ ਮੁੰਡੇ ਰੁਪਿੰਦਰ ਜਸਵਿੰਦਰ, ਜਿਨ੍ਹਾਂ ਦੇ ਕੋਲ ਅਸੀਂ 5 ਮੰਤਰੀ ਗਏ ਸੀ, ਪਿੱਠਾਂ 'ਚ ਵਾਰ ਨਹੀਂ ਕਰਦਾ ਨਵਜੋਤ ਸਿੰਘ ਸਿੱਧੂ। ਉਸ ਸੁਮੇਧ ਸੈਣੀ ਦੇ ਲਾਡਲੇ ਆਈਜੀ, ਬਲੂ ਆਈਡ ਬॉय ਆਈਜੀ, ਜਿਹਨੇ ਤੈਨੂੰ ਕਲੀਨ ਚਿੱਟ ਦਿੱਤੀ, ਜੇ ਉਹਦੇ ਨਾਲ ਇੱਕ ਮੀਟਿੰਗ ਸਿੱਧੂ ਨੇ ਕੀਤੀ ਹੋਵੇ, ਜਿਹੜਾ ਤੂੰ ਅਖਬਾਰਾਂ 'ਚ ਖਬਰਾਂ ਛਪਾਉਣਾ ਤੇ ਰਾਜਨੀਤੀ ਸਦਾ ਲਈ ਛੱਡ ਦੂੰਗਾ ਓਏ। ਚੱਲ ਦੇ ਪ੍ਰੂਫ। ਤੇ ਦੂਜੀ ਗੱਲ, ਡਰ ਤੁਹਾਨੂੰ ਕਿਤੋਂ ਹੋਰ ਲੱਗਦਾ। ਸਿੱਧੂ ਨੇ ਤਾਂ ਕਦੇ ਕਿਹਾ ਨਹੀਂ ਵੀ ਮੈਨੂੰ ਅਰੈਸਟ ਕਰਨਾ ਹੋਊ ਕੋਈ, ਕਿਉਂਕਿ ਦਿਲ ਸਾਫ਼ ਹੈ। ਕਿਉਂਕਿ ਨਾ ਤੇਰੇ ਵਾਂਗੂ ਸਿੱਧੂ ਦੀ ਕੋਈ ਬੱਸ ਚੱਲੇ, ਨਾ ਰੇਤੇ ਦੀ ਖੱਡ ਚੱਲੇ, ਨਾ ਕੋਈ ਸਾਡੇ ਹੋਟਲ, ਨਾ ਕੋਈ ਸਾਡਾ ਧੰਦਾ। ਤੇ ਡਰ ਤੈਨੂੰ ਇਸ ਕਰਕੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਈਡੀ ਦੀਆਂ ਰੇਡਾਂ ਪੈਂਦੀਆਂ। ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਪਾਰਟੀ ਤੇ ਕਾਫੀ ਤੰਜ ਕੱਸਿਆ ਤੇ ਤੁਹਾਨੂੰ ਦੱਸ ਦਈਏ ਕਿ ਝੂਠੇ ਕੇਸ ਪਾਉਣ ਦੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਸਾਜ਼ਿਸ਼ਾਂ ਰਚ ਰਹੀ ਹੈ ਅਕਾਲੀਆਂ ਦੇ ਵਿਰੋਧ ਵਿੱਚ, ਤੇ ਇਸੇ ਨੂੰ ਵਿਰੋਧ ਦਿਖਾਉਂਦੇ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਣੇ ਕਈ ਅਕਾਲੀ ਆਗੂਆਂ ਨੇ ਅੱਜ ਗ੍ਰਿਫਤਾਰੀਆਂ ਵੀ ਦਿੱਤੀਆਂ। ਆਪਣਾ ਇੱਕ ਨੌਕਰ ਸਮਝਦਾ ਨਵਜੋਤ ਸਿੱਧੂ, ਤੇ ਹਰ ਚੀਜ਼ ਹੈ ਮੈਂ ਅੱਗੇ ਕਰੂੰਗਾ, ਮੈਂ ਕਰੂੰਗਾ। ਆ ਜਿਹੜੀ ਮੈਂ ਫਸੀ ਪਈ ਹੈ ਨਾ, ਆ ਹੰਕਾਰ ਪਰਮਾਤਮਾ ਉਹਦੇ ਕੱਢੂਗਾ। ਉਹ ਕਹਿ ਰਹੇ ਮੁੱਖ ਮੰਤਰੀ ਦੇ ਘਰ ਦਾ ਘਿਰਾਵ ਕਰਨ ਦੀ ਥਾਂ ਤੇ ਈਡੀ ਦਾ ਘਿਰਾਵ ਜਿਹੜਾ ਉਹ ਕਰਨਾ ਚਾਹੀਦਾ ਸੀਗਾ। ਮੁੱਖ ਮੰਤਰੀ ਅਸੀਂ ਈਡੀ ਦੇ ਜੋ ਕਰਨਾ ਅਸੀਂ, ਈਡੀ ਦਾ ਕੋਈ ਇਨਵੈਸਟੀਗੇਸ਼ਨ ਤਾਂ ਹੈ ਹੀ ਨਹੀਂ। ਮੁੱਖ ਮੰਤਰੀ ਚੰਨੀ ਕਹਿ ਰਿਹਾ ਕਿ ਪੁਲਿਸ ਨੂੰ ਡੀਜੀਪੀ ਨੂੰ ਆਦੇਸ਼ ਦਿੱਤੇ ਗਏ ਆ ਪਰਚਾ ਦੇਣ ਤੇ, ਕਿ ਸਿੱਧੂ ਨੇ ਕਿਹਾ, ਤੇ ਆਪਣੇ ਹੋਮ ਮਿਨਿਸਟਰ ਨੇ ਕਿਹਾ ਕਿ ਅਸੀਂ ਮੰਨਾਂਗੇ। ਸੋ ਇਹਦੇ ਵਿੱਚ ਕੋਈ ਇੰਬੀਗਿਊਟੀ ਹੈ ਹੀ ਨਹੀਂ। ਬਾਦਲ ਸਾਹਿਬ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਈਡੀ ਦਾ ਖਤਰਾ ਹੈ, ਸਾਨੂੰ ਕੋਈ ਖਤਰਾ ਨਹੀਂ। ਸਾਨੂੰ ਕਿਸੇ ਤੋਂ ਕੋਈ ਖਤਰਾ ਨਹੀਂ। 5 ਸਾਲ ਟਪਾਤੇ ਕਹਿੰਦੇ ਨੂੰ ਨਾ, ਸਾਨੂੰ ਪਹਿਲੇ ਖਤਰਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਤੇ ਝੂਠੇ ਕੇਸ ਪਾਏ ਸੀ, ਸਾਰੇ ਕੋਟਾਂ ਨੇ ਚਲਾ ਕੇ ਮਾਰੇ। ਇਹਨਾਂ ਨੇ 5 ਸਾਲ ਹੋ ਗਏ ਹਰ ਰੋਜ਼ ਕਹਿੰਦੇ ਅਸੀਂ ਬਾਦਲ ਪਰਿਵਾਰ ਨੂੰ ਆ ਕਰਾਂਗੇ, ਬਾਦਲ ਪਰਿਵਾਰ ਨੂੰ ਆ। ਕੀ ਕੀਤਾ ਅੱਜ ਤੱਕ? ਹਿੰਮਤ ਹੈ? ਸੋ ਇਸ ਕਰਕੇ ਆ ਡਰਾਮੇ ਕਰਨੇ ਬੰਦ ਕਰੋ, ਲੋਕਾਂ ਦੀ ਆਵਾਜ਼ ਸੁਣੋ। ਜਨਤਾ ਜਾ ਨਹੀਂ ਸਕਦੇ। ਜਿਹੜੇ ਹਲਕੇ ਜਾਂਦੇ ਆ ਲੋਕੀ ਡਾਂਗਾ ਮਾਰਦੇ ਇਹਨਾਂ ਦੀ ਗੱਡੀਆਂ ਤੇ, ਪਿੰਡਾਂ 'ਚ ਵੜ ਨਹੀਂ ਸਕਦੇ। ਤੇ ਆ ਪੁਲਿਸ ਦਾ ਇਕੱਠਾ ਕਰਕੇ ਪੁਲਿਸ ਨੂੰ ਆਪਣੀ ਸਿਕਿਉਰਿਟੀ ਰੱਖੀ ਹੈ। ਆਈ ਪੁਲਿਸ ਨੂੰ ਦੇਖਿਆ ਹੋਣਾ ਹੈ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਲੱਥਾ ਤੇ ਆਈ ਪੁਲਿਸ ਨੇ ਜਿਹੜੀ ਸਲੂਟ ਮਾਰਦੀ ਸੀ ਪਟਿਆਲੇ ਦੀ, ਇੱਕ ਹੌਲਦਾਰ ਨੇ ਉਹਨੂੰ ਗੱਡੀ ਨਹੀਂ ਅੰਦਰ ਵੜਨ ਦਿੱਤੀ। ਚੰਨੀ ਸਮਝ ਲੈ 1 ਮਹੀਨੇ ਦੀ ਗੱਲ ਹੈ। ਜਿਹੜਾ ਹੁਣ ਆਪਣੀ ਤੇ ਸਿੱਧੂ ਸਮਝ ਲੈ ਕਿ ਜੋ ਤੁਸੀਂ ਕਾਨੂੰਨ ਤੋੜੋਗੇ, ਜਿਹੜੇ ਕਾਨੂੰਨ ਤੋੜੋਗੇ, ਉਹ ਸਾਰੇ ਕਾਨੂੰਨ ਤੁਹਾਡੇ ਤੇ ਪੈਣਗੇ ਕਿ ਆਹ ਕਾਨੂੰਨ ਤੋੜੇ। ਹਰ ਕਾਨੂੰਨ ਦੀ ਲੱਗਣਾ ਤੇ ਪ੍ਰੋਸੀਕਿਊਸ਼ਨ ਹੋਊਗੀ। ਇੱਕ ਗਿਣ ਲੱਗ ਜਾਣ ਅੱਜ ਤੋਂ। मामला सर हाई कोर्ट में विचाराधीन है, क्या लग रहा है कोर्ट की अवमानना की जा रही है और बदले की भावना से राजनीति हो रही है? ਸਿੱਧੂ ਜਿਹੜਾ ਹੈਗਾ ਕੋਰਟ ਦੀ ਜੋ ਪਹਿਲੀ ਗੱਲ ਹੈ, ਇੱਕ ਕੋਰਟ ਦੇ ਫੈਸਲੇ ਤੇ ਟਿੱਪਣੀ ਕਰਨੀ ਜਾਂ ਕੋਰਟ ਦੇ ਜੋ ਕੇਸ ਚੱਲ ਰਿਹਾ ਟਿੱਪਣੀ ਕਰਨੀ ਇੱਕ ਗੁਨਾਹ ਹੈ। ਤੁਸੀਂ ਹਾਈ ਕੋਰਟ ਦੇ ਕਹਿ ਰਹੇ ਹੋ ਜਿਹੜੀ ਚੀਜ਼, ਤੁਸੀਂ ਜਿਹੜੀ ਹਾਈ ਕੋਰਟ ਨੇ ਫੈਸਲਾ ਕਰਨਾ ਉਹਦੇ ਬਾਰੇ ਤੁਸੀਂ ਵਰਡਿਕਟ ਦੇ ਰਹੇ ਹੋ। ਇਹ ਤੋਂ ਵੱਡਾ ਐਕਟ ਅਗੇਂਸਟ ਕਨਸਟੀਟਿਊਸ਼ਨ ਕੀ ਹੋ ਸਕਦਾ ਹੈ? ਇਹਦੀ ਵੀ ਮਤਲਬ ਪਰਚਾ ਹੋਊਗਾ ਇਹਦੇ ਤੇ। ਅਫਸਰਾਂ ਦੇ ਉੱਪਰ ਦਬਾਅ ਬਣਾਇਆ ਗਿਆ। ਸੁਖਬੀਰ ਜੀ ਤੁਸੀਂ ਪਹਿਲੇ ਵੀ ਕਈ ਵਾਰੀ ਕਹਿ ਚੁੱਕਾ ਕਿ ਪਰਚਾ ਕਰੋ, ਲੇਕਿਨ ਅਫਸਰ ਕਹਿ ਰਹੇ ਨੇ ਕਿ ਅਸੀਂ ਪਰਚਾ ਨਹੀਂ ਕਰ ਸਕਦੇ, ਕੋਈ ਸਬੂਤ ਨਹੀਂ ਹੈ। ਮੈਂ ਵੀ ਕਹਿ ਰਿਹਾ ਅੱਜ ਤੱਕ ਕਿਉਂ ਨਹੀਂ ਕਰ ਸਕੇ?
ਸਬੂਤ ਆ ਜਿਹੜਾ ਪਿੱਛੇ ਇਹਨਾਂ ਨੇ ਮੇਰੇ ਖਿਲਾਫ ਕਰਨਾ ਸੀ, ਅਫਸਰਾਂ ਨੇ ਉਹ ਕਹਿੰਦੇ ਸੀ ਅਫਸਰ ਕਰੋ, ਅਫਸਰ ਕਹਿੰਦੇ ਜੀ ਕਿਸ ਮੁੱਦੇ ਤੇ ਕਰੀਏ, ਕੀ ਸਾਜ਼ਿਸ਼ ਕਿਸੇ ਚੀਜ਼ ਦੀ ਹੋਏ, ਸਾਜ਼ਿਸ਼ ਮਰਡਰ ਦੀ ਹੋਏ, ਸਾਜ਼ਿਸ਼ ਰੇਪ ਦੀ ਹੋਏ, ਸਾਜ਼ਿਸ਼ ਡਕੈਤੀ ਦੀ ਹੋਏ, ਸਾਜ਼ਿਸ਼ ਵਾਲਾ ਵੀ ਅੰਦਰ ਜਾਂਦਾ ਹੈ। ਇਸ ਕਰਕੇ ਜਿੰਨੀਆਂ ਸਾਜ਼ਿਸ਼ਾਂ ਹੋਈ ਜਾਂਦੀਆਂ ਸਾਰੀਆਂ ਨੋਟ ਕਰੀ ਜਾਂਦੇ ਆ, ਇੱਕ ਇੱਕ ਸਾਜ਼ਿਸ਼ ਦਾ ਸਣੇ ਅਫਸਰ ਜਿਹੜੇ ਸਾਜ਼ਿਸ਼ ਹਿੱਸਾ ਪਲਾਇਆ ਸੀ, ਤੇ ਨਾਲੇ ਜਿਹੜੇ ਲੀਡਰ ਆ ਭਾਵੇਂ ਮੁੱਖ ਮੰਤਰੀ ਹੈ, ਮੁੱਖ ਮੰਤਰੀ ਸਮਝ ਲੈ, ਮਤਲਬ ਨਹੀਂ ਹੈ ਕਿ ਮੁੱਖ ਮੰਤਰੀ 1 ਮਹੀਨੇ ਦਾ ਰਹਿ ਗਿਆ ਮੁੱਖ ਮੰਤਰੀ, ਉਵੇਂ ਆ ਜਿਹੜਾ ਸੁੱਖੀ ਰੰਧਾਵਾ, ਜਿੰਨੀਆਂ ਸਾਜ਼ਿਸ਼ਾਂ ਜੋ ਮਰਜ਼ੀ ਕਰੀ ਜਾਓ, ਉਹਨੇ ਤੁਸੀਂ ਵਾਇਲੇਸ਼ਨ ਕੀਤੀਆਂ, ਉਹਨੇ ਦੀ ਪ੍ਰੋਸੀਕਿਊਸ਼ਨ ਹੋਊਗੀ। ਇਹਦੇ ਨਾਲ ਹੀ ਕਿਹਾ ਜਾ ਰਿਹਾ ਕਿ ਚੰਨੀ ਸਿਰਫ ਐਲਾਨ ਕਰ ਰਹੇ ਨੇ ਤੇ ਐਲਾਨਿਆ ਮੰਤਰੀ ਕਿਹਾ ਜਾ ਰਿਹਾ ਹੈ ਕਿ ਕੁਝ ਵੀ ਧਰਾਤਲ ਤੇ ਦੇਖਣ ਨੂੰ ਨਹੀਂ ਮਿਲ ਰਿਹਾ ਉਸਦਾ। ਚੰਨੀ ਤਾਂ ਮੁੱਖ ਮੰਤਰੀ ਹੈ ਹੀ ਨਹੀਂ, ਉਹ ਹੈਗਾ ਝੂਠ ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਕੀਤੀ, ਆ ਆਪਣੀ ਪੋਸਟ ਦੀ ਮਿਸਯੂਜ਼ ਕਰਕੇ ਜਿੱਥੇ ਜੋ ਕਹੀ ਜਾਂਦਾ, ਕਿਸੇ ਨੋਟੀਫਿਕੇਸ਼ਨ ਨਹੀਂ, ਕੋਈ ਫੈਸਲਾ ਨਹੀਂ, 5 ਰੁਪਏ ਕਹਿੰਦਾ ਮੈਂ ਰੇਤਾ ਕਰ ਦਿੱਤਾ। ਸਭ ਤੋਂ ਵੱਡਾ ਰੇਤਾ ਮਾਫੀਆ ਚੰਨੀ ਹੈ, ਮਹਿਕਮਾ ਮਾਈਨਿੰਗ ਦਾ ਆਪਣੇ ਕੋਲ ਰੱਖਿਆ, ਅੱਜ ਤੱਕ ਮਹਿਕਮਾ ਮਾਈਨਿੰਗ ਦਾ ਇੰਡਸਟਰੀ ਤੋਂ ਬਾਹਰ ਨਹੀਂ ਹੋਇਆ, ਇਹਨੇ ਆਪ ਰੱਖਿਆ। ਸ਼ਰਾਬ ਦੇ ਠੇਕੇਦਾਰਾਂ ਤੋਂ ਰਾਤ ਨੂੰ ਮੀਟਿੰਗ ਹੁੰਦੀ ਹੈ ਚੰਨੀ ਦੇ ਘਰ, ਉਹਦਾ ਭਰਾ ਤੇ ਉਹਦੇ ਬੇਟੇ ਰਾਤ ਨੂੰ ਸਾਰੇ ਕੋਲੋਨਾਈਜ਼ਰ ਨੂੰ ਤੇ ਸ਼ਰਾਬ ਦੇ ਗੈਂਗ ਬਣਾ ਕੇ ਪੈਸਾ ਇਕੱਠਾ ਕਰਨ ਦੇ ਲੱਗੇ ਆ। ਮੇਰੇ ਕੋਲੇ ਠੇਕੇਦਾਰਾਂ ਨੇ ਆ ਕੇ ਦੱਸਿਆ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਸਾਡਾ ਕੁਝ ਕਰੋ, ਸਾਡੇ ਧਮਕੀਆਂ ਦਿੱਤੀਆਂ ਜਾ ਰਹੀਆਂ, ਇੰਨੇ ਪੈਸੇ ਦਿਓ, ਨਹੀਂ ਅਸੀਂ ਤੁਹਾਨੂੰ ਆ ਕਰਾਂਗੇ। ਜਿੰਨੇ ਰੇਤ ਵਾਲੇ ਆ ਚੰਨੀ ਨੂੰ ਪੁੱਛੋ ਕਿ 5 ਰੁਪਏ ਜਿਹੜਾ ਰੇਟ ਕੀ ਰੋਪੜ ਜ਼ਿਲ੍ਹੇ 'ਚ ਹੋਇਆ ਜਿੱਥੇ ਉਹ ਆਪਣੇ ਮੁੱਖ ਮੰਤਰੀ ਹੈ। ਮੈਂ ਖਰੜ ਪਤਾ ਕਰਦੇ ਕਿ 5 ਰੁਪਏ ਰੇਟ ਹੈ, ਦੱਸੋ ਕਿੰਨੀਆਂ ਟਰਾਲੀਆਂ ਅਸੀਂ ਭੇਜੀਏ 5 ਰੁਪਏ ਤੇ ਲੈਣ ਵਾਸਤੇ, ਚੰਨੀ ਆਨਸਰ ਕਰੇ। ਉਧਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਚੇਤਾਵਨੀ ਦਿੱਤੀ ਹੈ, ਉਹਨਾਂ ਨੂੰ ਚੁਣੌਤੀ ਦਿੰਦੇ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਮੇਰੇ ਉੱਤੇ ਕਾਰਵਾਈ ਕਰਕੇ ਵਿਖਾਉਣ ਸਿੱਧੂ। ਤਾਂ ਦੱਸੀਏ ਕਿ ਅੱਜ ਚੰਡੀਗੜ੍ਹ ਵਿੱਚ ਪਹੁੰਚੇ ਹੋਏ ਸੀ ਬਿਕਰਮ ਸਿੰਘ ਮਜੀਠੀਆ ਅਤੇ ਉੱਥੇ ਹੀ ਉਹਨਾਂ ਨੇ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹਨਾਂ ਖਿਲਾਫ ਕੋਈ ਕਾਰਵਾਈ ਕਰਕੇ ਵਿਖਾਉਣ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਲ ਦਰਦ ਇਹ ਹੈ ਕਿ ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਨਹੀਂ ਰੱਖਿਆ, ਜਿਸ ਕਾਰਨ ਉਹ ਆਪਣਾ ਗੁੱਸਾ ਅਕਾਲੀ ਆਗੂਆਂ ਤੇ ਕੱਢਣਾ ਚਾਹੁੰਦੇ ਨੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿਸ ਡਰੱਗਸ ਰਿਪੋਰਟ ਦੀ ਗੱਲ ਕਰ ਰਹੇ ਹਨ ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੀਲ ਬੰਦ ਲਿਫਾਫੇ ਵਿੱਚ ਪਈ ਹੈ, ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਇਸ ਰਿਪੋਰਟ ਦੇ ਆਧਾਰ ਤੇ ਗ੍ਰਿਫਤਾਰ ਕਰਨ ਦੀ ਗੱਲ ਕਰਕੇ ਹਾਈ ਕੋਰਟ ਦਾ ਰੁਖ ਵੀ ਕਰ ਰਹੇ ਹਨ। ਦਾ ਡਰਾਮੇਬਾਜ਼ ਹੈ, ਠੋਕੋਤਾਲੀ ਆਪ ਹੈ। ਠੋਕੋਤਾਲੀ ਮੇਰੇ ਨਾਲ ਹੀ ਹੁੰਦਾ ਸੀ, ਮੇਰੀ ਗੱਡੀ 'ਚ ਰਹਿਣ ਵਾਲਾ, ਮੇਰੇ ਹਰ ਪ੍ਰੋਗਰਾਮ ਤੇ ਆਉਣ ਵਾਲਾ। ਠੋਕੋਤਾਲੀ ਨੂੰ ਤਾਂ ਸਾਹ ਨਹੀਂ ਆਉਂਦਾ ਸੀ ਮਜੀਠੀਏ ਤੋਂ ਬਗੈਰ। ਮੁੱਦਾ ਮਜੀਠੀਆ ਨਹੀਂ, ਮੁੱਦਾ ਮੁੱਖ ਮੰਤਰੀ ਦੀ ਕੁਰਸੀ ਹੈ। ਉਹਨੂੰ ਐ ਸੀ ਕਪਤਾਨ ਨੂੰ ਲੱਤ ਗਿਆ ਤੇ ਮੈਂ ਮੁੱਖ ਮੰਤਰੀ ਬਣ ਜਾ, ਉਹ ਨਹੀਂ ਬਣਿਆ। ਉਸ ਦਿਨ ਦੀ ਢਿੱਡ ਪੀੜ ਹੋਣ ਲੱਗੀ, 2 ਦਿਨ ਚੰਨੀ ਦੀ ਸਿਫਤ ਕੀਤੀ, ਤੀਜੇ ਦਿਨ ਅਸਤੀਫਾ ਦੇ ਦਿੱਤਾ। ਮਜੀਠੀਆ ਕਰਕੇ ਤਾਂ ਨਹੀਂ ਦਿੱਤਾ ਨਾ। ਪ੍ਰੋਬਲਮ ਤੁਸੀਂ ਸਮਝੋ ਬੀਬੀ ਜੀ, ਤੁਸੀਂ ਅਸਲ 'ਚ ਉਹਨੂੰ ਪੁਰਾਣੇ ਜਾਣਦੇ ਨਹੀਂ, ਮੈਂ ਜਾਣਦਾ। ਠੋਕੋਤਾਲੀ ਨੂੰ ਉਸ ਦਿਨ ਅੱਗ ਲੱਗ ਜਾਂਦੀ ਜਦੋਂ ਇੱਥੋਂ ਹੈਲੀਕਾਪਟਰ ਉੱਡਦਾ ਤੇ ਉਹ ਥੱਲੇ ਖੜਾ ਹੁੰਦਾ, ਉਹਦਾ ਬਸ ਚਲੇ ਤਾਂ ਲੰਮਕ ਜਾਵੇ ਉੱਤੇ। ਜੇ ਠੋਕੋਤਾਲੀ ਨੂੰ ਉਹਦੀ ਜਾਨ ਬਚਾਉਣੀ ਹੈ, ਉਹਨੂੰ ਸੀਐਮ ਬਣਾ ਦਿਓ, ਉਹਨੂੰ 2-4 ਦਿਨ ਹੂਟੇ ਉੱਤੇ ਦਵਾ ਦਿਓ, ਫਿਰ ਉਹਨੇ ਦਿਨ ਰਾਜੀ ਰਹਿੰਦਾ, ਨਹੀਂ ਤਾਂ ਉਹ ਰਾਜੀ ਨਹੀਂ। ਤੁਸੀਂ ਅਪੀਲ ਜਿਹੜੀ ਹੈ ਪਾਈ ਗਈ ਹੈ ਵੀ ਇਹਦੇ ਵਿੱਚ ਪਾਰਟੀ ਜਿਹੜਾ ਮੈਨੂੰ ਪਤਾ, ਤੁਸੀਂ ਕੋਰਟ ਬਹੁਤ ਜਾਣਦੇ ਹੋ, ਤੁਸੀਂ ਸਮਝਦੇ ਹੋ ਇਸ ਗੱਲ ਨੂੰ। ਦੇਖੋ, ਇਹ ਬਨਾਨਾ ਰਿਪਬਲਿਕ ਤਾਂ ਹੈ ਨਹੀਂ, ਦੇਸ਼ ਦਾ ਇੱਕ ਜਸਟਿਸ ਸਿਸਟਮ ਹੈ, ਔਰ ਇਹਨਾਂ ਨੇ ਕਿੰਨੇ ਸਾਲ ਹੋ ਗਏ ਰੌਲਾ ਪਾਉਂਦੇ ਨੂੰ, ਕਿਸੇ ਏਜੰਸੀ ਨੇ। ਔਰ ਡਰੱਗ ਦੇ ਕੇਸਿਸ ਮੈਂ ਤੁਹਾਨੂੰ 22 ਦੇ ਵੇ ਦੱਸਦਾ ਹਾਂ, ਖਤਮ ਹੋ ਗਏ। ਟ੍ਰਾਇਲ ਕੋਰਟ 'ਚ 2018 'ਚ ਉਹ 'ਚ ਫਾਈਨਲ ਫੈਸਲੇ ਆ ਗਏ, ਜਿਨ੍ਹਾਂ ਨੂੰ ਸਜ਼ਾ ਹੋਣੀ ਸੀ ਸਜ਼ਾ ਹੋ ਗਈ, ਜਿਨ੍ਹਾਂ ਨੂੰ ਬਰੀ ਕਰਨਾ ਬਰੀ। ਉਹ ਕੇਸ ਹੀ ਨਹੀਂ ਅਲਾਈਵ ਅੱਜ। ਮਗਰ ਇੱਕ PIL ਚੱਲਦੀ ਆ, PIL 'ਚ ਮੈਂ ਨਹੀਂ, ਉਹ 'ਚ DGP ਨੇ, ਉਹਦੇ 'ਚ ਪੰਜਾਬ ਹੈ, ਹਰਿਆਣਾ, ਚੰਡੀਗੜ੍ਹ ਆ, ਬੜੇ ਇਲਾਜ ਕੇ, ਮਗਰ ਉੱਥੇ ਜਾ ਕੇ ਸਿਆਸਤ ਕਰਦੇ। ਇੱਕ ਨਵਕਿਰਨ ਜਿਹੜਾ ਆਪ ਦਾ ਕਾਰਕੁਨ ਰਿਹਾ, ਤੇ ਇੱਕ ਇਹ। ਮੈਂ ਲਾਸਟ ਟਾਈਮ ਵੀ ਕਿਹਾ ਸੀ, ਜੇ ਤੂੰ ਭਗਵੰਤ ਸਿੰਘ ਦਾ ਮੁੰਡਾ ਵਿਧਾਨ ਸਭਾ 'ਚੋਂ ਨਿਕਲ ਕੇ ਗਿਆ ਸੀ ਤੇ 18 ਨਵੰਬਰ ਨੂੰ ਜ਼ਰੂਰ ਆਈ।
ਕਿੱਧਰ ਕੁੰਭਕਰਨ ਦੀ ਨੀਂਦ ਸੌਂ ਗਿਆ ਸੀ ਭਗਵੰਤ ਸਿੰਘ ਦਾ ਮੁੰਡਾ, ਕਿਉਂ ਨਹੀਂ ਆਇਆ? ਉਧਰ ਦੂਸਰੇ ਪਾਸੇ ਮੁਹਾਲੀ ਵਿੱਚ ਅਧਿਆਪਕਾਂ ਦੇ ਧਰਨਿਆਂ ਨੂੰ ਵੇਖਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਅਧਿਆਪਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਿਵੇਂ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਉਹ ਅਧਿਆਪਕਾਂ ਦੀਆਂ ਮੁਸ਼ਕਲਾਂ ਸਭ ਤੋਂ ਪਹਿਲਾਂ हल करेंगे। यहाँ बैठे हुए ये लोग सोच रहे होंगे कि ये भी एक आ गया, ये भी अब भाषण देने आ गया, ये भी अब वादे करके चला जाएगा। तो मैं ये पहली चीज तो ये कहना चाहता हूं कि दिल्ली के अंदर आप सब लोगों के दोस्त यार रिश्तेदार रहते होंगे। आपने सुना होगा कि दिल्ली के अंदर शिक्षा व्यवस्था कितनी अच्छी हो गई, सुना है कि नहीं सुना है? बिल्कुल मानते हो अच्छी हो गई। दिल्ली के अंदर जो स्कूल इतने अच्छे हो गए, दिल्ली के अंदर सरकारी स्कूल जो इतने अच्छे हो गए, वो केजरीवाल ने नहीं करे, वो मनीष सिसोदिया ने नहीं करे, वो हमारे टीचर्स ने करे हैं वहां पे। ये मैं आपको खुश करने के लिए नहीं कह रहा। दिल्ली के इतने स्कूलों में 16 लाख बच्चे पढ़ते हैं हमारे दिल्ली के सरकारी स्कूलों में। पंजाब के सरकारी स्कूलों में 24 लाख बच्चे पढ़ते हैं। इन 16 लाख बच्चों का भविष्य पहले, हमारी सरकार बनने के पहले इन 16 लाख बच्चों का भविष्य खतरे में था, अंधकार में था। स्कूलों में कोई पढ़ाई नहीं होती थी, सरकारी स्कूलों का माहौल खराब था। हमारी सरकार आने के बाद क्या हुआ? हमने कोई टीचर नहीं निकाला, वही टीचर काम कर रहे हैं जो पहले काम कर रहे थे। हमने बस माहौल बदल दिया। अब टीचरों को लगने लगा कि ये हमारी सरकार आ गई है, ये हमारे साथ खड़ी है। उन्हीं टीचर्स ने, जो टीचर पहले काम कर रहे थे, उन टीचरों ने कमाल करके दिखा दिया, पूरे दिल्ली की शिक्षा व्यवस्था बदल दी। टीचरों के जितने मसले थे वो सारे मसले मैंने ठीक करे और टीचरों ने मेरे बच्चों की पढ़ाई ठीक कर दी। मैं आज केवल ये कहने आया हूं कि मैं भी आपको वादा करके जा रहा हूं कि हमारी सरकार आएगी तो आपको पक्का करेंगे, लेकिन मैं इस बात पे आपको भरोसा दिला रहा हूं कि दिल्ली में करके आया हूं टीचरों के मसले हल, इसीलिए पंजाब के अंदर भी मसले हल करेंगे। मेरे पास अभी पंजाब के, मैं पिछली बार जब आया था लुधियाना में था, कई सारे टीचर्स मेरे से मिलने के लिए आए। उन्होंने बताया जी कई सारे स्कूल ऐसे हैं जिसमें एक भी टीचर नहीं है, 7वीं क्लास तक के स्कूल है। कई सारे स्कूल ऐसे हैं जिसमें एक टीचर है 7वीं क्लास तक का स्कूल। पढ़ाई के नाम पे कुछ भी नहीं है, उस पर पुताई कर देते हैं और उसको स्मार्ट स्कूल बोल देते हैं। मुझे बड़ा दुख है, परसों प्रगट सिंह जी ने, शिक्षा मंत्री हैं, उन्होंने ट्वीट करा कि पंजाब के अंदर बहुत शानदार, देश के सबसे शानदार स्कूल है। मैं उनसे कहना चाहता हूं प्रगट सिंह जी से कि एक बार आके इन टीचर से मिलके इनसे पूछो कि पंजाब के स्कूल कितने अच्छे हैं। ये अपना दर्द बताएंगे आप लोगों को, तब आपको पता चलेगा कि पंजाब के स्कूल कितने अच्छे हैं। अगर आप समस्या ही नहीं समझोगे तो समस्या का समाधान क्या निकालोगे? ਸੋ ਅੱਜ ਦੇ ਦਿਨ ਦੀ ਵੱਡੀ ਖਬਰ ਰਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ, ਜਿਨ੍ਹਾਂ ਵੱਲੋਂ 29 ਤਰੀਕ ਨੂੰ ਕੀਤੀ ਜਾ ਰਹੀ ਦਿੱਲੀ ਕੂਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਅਤੇ ਉਸ ਦੇ ਵਿੱਚ ਫੈਸਲਾ ਲਿਆ ਗਿਆ। ਤੁਹਾਨੂੰ ਦੱਸ ਦਈਏ ਨਾਲ ਦੀ ਨਾਲ 29 ਨਵੰਬਰ ਤੋਂ ਸਰਦ ਰੁੱਤ ਇਜਲਾਸ ਵੀ ਸ਼ੁਰੂ ਹੋ ਰਿਹਾ ਹੈ ਤੇ ਇਸ ਨੂੰ ਵੇਖਦਿਆਂ ਹੋਇਆ ਤੇ ਜੇ ਕੁਝ ਦਿਨ ਪਹਿਲਾਂ ਜੋ ਕਿਸਾਨ ਕਾਨੂੰਨ ਜੋ ਹੈ ਖੇਤੀਬਾੜੀ ਕਾਨੂੰਨ ਨੇ ਉਹ ਰੱਦ ਕਰ ਦਿੱਤੇ ਗਏ ਸੀ ਪ੍ਰਧਾਨ ਮੰਤਰੀ ਵੱਲੋਂ ਤੇ ਉਸ ਤੋਂ ਬਾਅਦ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੁੰਦੀ ਹੈ ਤੇ ਉਸ ਦੇ ਵਿੱਚ ਫੈਸਲਾ ਲਿਆ ਜਾਂਦਾ ਹੈ ਕਿ 29 ਤਰੀਕ ਨੂੰ ਜੋ ट्रैक्टर रैली कड्ढी जानी सी दिल्ली वाल, दिल्ली कूच किते जाने सी, उस नूं रद्द कर दिता गया है। तो अंदाज़ ये 29 नवंबर नूं संसद दा सरद रुत सैशन शुरू हो रहा है। इस दिन तो किसानां वल्लों संसद वाल ट्रैक्टर मार्च का ऐलान किया होया सी, पर पिछले दिन ही मोदी सरकार वालों तीने खेती कानून वापस लैण दा ऐलान कर दिता सी। अज खेती मंत्री ने पराली साड़न नूं अपराधिक कार्रवाई तो बाहर रखण दी मंग भी मान लई है। इस तो इलावा संसद सैशन के पहले ही दिन खेती कानूनां नूं रद्द करन दा बिल पेश करन बारे भी ऐलान किया है। सो जिस तो बाद किसान आगू भी कुछ नरमी विखाउंदे नजर आ रहे हैं। किसान आगुआं ने दस्सिया कि 4 दसंबर नूं दोबारा मीटिंग होवेगी ते अगे फैसला लवांगे। इस मौके वेख्या जाएगा कि सरकार संसद विच अपना वादा पूरा कर रही है या नहीं। आज सरकार की तरफ से कुछ बयान आए हैं और मोर्चे ने उन बयानों पर विचार करते हुए यह निर्णय किया है कि 4 तारीख को दोबारा मीटिंग करेंगे और जो हमने चिट्ठी प्रधानमंत्री जी को लिखी है वो चिट्ठी आपके पास भी है, पूरी जनता के पास है
और प्रधानमंत्री के पास भी पहुंच गई है। जब तक वो चिट्ठी की पूरी मांगे पूरी नहीं होती हम संघर्ष करते रहेंगे और 4 तारीख को अगर हमारी मांगे जो शेष है ना मानी गई तो हमें कोई सख्त ऐलान करना पड़ेगा। एक मिनट देखिए क्योंकि जब हमने 29 का संसद कूच का ऐलान किया था तब 3 कानून रिपील नहीं हुए थे। उन्होंने पार्लियामेंट में विश्वास दिलाया है कि वो 29 को इन्हें रिपील करेंगे। हमने वेट किया है और ऐलान करते हैं कि 29 का संसद कूच संयुक्त किसान मोर्चा की तरफ से सस्पेंड किया जाता है, पोस्टपोन किया जाता है। और सेकेंडली हमने तभी प्रधानमंत्री जी को चिट्ठी लिखी थी जिसमें हमारा एमएसपी का मुद्दा, जो हमारे किसान शहीद हुए हैं उनके लिए कंपेंसेशन और रिहेबिलिटेशन परिवारों का, जो साथी हमारे ऊपर केस हुए केवल हरियाणा में ही 48,000 किसानों के ऊपर केस हैं, वो केस यूपी, पंजाब, हरियाणा सब जगह के जो हैं वो सब केस वापसी का मुद्दा है। फिर मुद्दा है कि जो यहाँ हमारा है कि हमें एक स्मारक के लिए जगह दी जाए और लखीमपुर खीरी के इंसिडेंट के दोषी जो हैं वो अपने टैनी साहब उनको बर्खास्त किया जाए। बिजली बिल और पराली वाला बिल जो है वो बर्खास्त किए जाए। ये मुद्दे जो थे, ये मुद्दों को लेकर प्रधानमंत्री जी को चिट्ठी लिखी गई थी, वो अभी उनके ऊपर जवाब आना बाकी है। इसलिए 4 तारीख को हम अगले एक्शन का ऐलान करेंगे। राजवीर जडौन जी आगे इस बात को जारी रखेंगे। साथियों, आज महत्वपूर्ण मीटिंग में जो फैसले हुए हैं वो आपने अभी सुने। 3 कानूनों को वापसी का जो एक सिस्टम चला, शांत हो जाइए, उस पर हम लोगों ने संज्ञान लिया है। तो 29 तारीख का संसद मार्च का कार्यक्रम स्थगित है, खत्म नहीं है। हम इस पर 4 तारीख को फैसला लेंगे। अगर 4 तारीख तक जो चिट्ठी दी गई है प्रधानमंत्री जी को, उस चिट्ठी पर प्रधानमंत्री जी का सार्थक जवाब नहीं आया और संयुक्त किसान मोर्चे से सरकार वार्ता करे, ये है सबसे महत्वपूर्ण बात। सरकार को संयुक्त किसान मोर्चे से वार्ता की टेबल पर लौटना पड़ेगा। वार्ता की टेबल पर आकर के शेष हमारे मुद्दों पर आकर के बात करे, ये सबसे बड़ी महत्वपूर्ण बात है। जो चिट्ठी है, जैसा कि डॉक्टर साहब ने बताया, उसमें एमएसपी सबसे महत्वपूर्ण मुद्दा है। आज सभी लोगों ने तय किया कि बगैर एमएसपी के मोर्चा वापस नहीं जाएगा। ਤਾਂ ਸਨ ਦਿਨ ਭਰ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤੁਸੀਂ ਆਪਣੇ ਸੁਝਾਅ ਸਾਨੂੰ ਕਮੈਂਟ ਕਰਕੇ ਸਾਡੇ ਨਾਲ ਸਾਂਝੇ ਜ਼ਰੂਰ ਕਰਦੇ ਰਿਹਾ ਕਰੋ। ਫਿਲਹਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।